ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਅੱਜ ਦਾ ਵਾਹਿਗੁਰੂ ਜੀ ਜਿਹੜਾ ਵਿਚਾਰ ਹੈ ਉਹ ਆਪ ਜੀ ਸ਼ੁਰੂ ਕਰੋ। ਹਾਂਜੀ ਵਾਹਿਗੁਰੂ ਜੀ, ਉਹਨਾਂ ਨੇ ਕਮੈਂਟ ਕੀਤਾ, ਵਾਹਿਗੁਰੂ ਜੀ ਬਾਣੀ ਵਿੱਚ ਲਿਖਿਆ ਰਾਮ ਸ਼ਬਦ ਹਿੰਦੂ ਧਰਮ ਦੇ ਸ਼੍ਰੀ ਰਾਮ ਜੀ ਲਈ ਵਰਤਿਆ ਗਿਆ ਹੈ। ਠੀਕ ਹੈ ਵਾਹਿਗੁਰੂ ਜੀ। ਤਾਂ ਮੈਂ ਵਾਹਿਗੁਰੂ ਜੀ ਕੂਕਰ ਨੇ ਰਿਪਲਾਈ ਕਰਤਾ, ਨਹੀਂ ਵਾਹਿਗੁਰੂ ਜੀ, ਸਿਰਫ ਇਤਨਾ। ਠੀਕ ਹੈ ਵਾਹਿਗੁਰੂ ਜੀ। ਫਿਰ ਉਹਨਾਂ ਦਾ ਮਤਲਬ ਰਿਪਲਾਈ ਆਇਆ ਕਿ ਵਾਹਿਗੁਰੂ ਮਤਲਬ ਮੇਰੀ ਬੇਨਤੀ ਹੈ ਕਿ ਇਸ ਮੈਟਰ ਤੇ ਤੁਸੀਂ ਵੀਡੀਓ ਬਣਾਓ। ਹਾਂਜੀ, ਇਸ ਵਿਸ਼ੇ ਉੱਤੇ। ਹਾਂਜੀ, ਕਿ ਬਾਕੀ ਹੋਰ ਬੱਚਿਆਂ ਨੂੰ ਵੀ ਸਮਝ ਆ ਜਾਏ ਸਤ ਬਚਨ। ਪਰ ਉਹਨਾਂ ਨੇ ਫਿਰ ਆਪਾਂ ਵੀਡੀਓ ਡਾਲੀ ਸੀ ਵਾਹਿਗੁਰੂ ਜੀ, ਜਿਹੜਾ ਰਾਮ ਮੰਦਿਰ ਉੱਤੇ। ਠੀਕ ਹੈ, अभी कल ही डाली थी। तो उन्होंने लिखा कि मैं कई सालों तो इसका जवाब लभ रही सी, मैनू ਤੁਹਾਡੇ ਤੋਂ ਜਵਾਬ ਮਿਲਿਆ, ਥੋੜਾ ਜਵਾਬ ਮਿਲਿਆ, ਧੰਨਵਾਦ। ਉਹਨਾਂ ਨੇ ਲਿਖਿਆ ਪਰ ਮੈਂ ਹਲੇ ਵੀ ਨਾ ਰਾਮ ਸ਼ਬਦ ਦਾ ਨਾ अर्थ मतलब समझ नहीं पाई ਵੀ ਉਹ ਕਿਸ ਬਾਰੇ ਗੱਲ ਕਰ ਰਹੇ ਨੇ। हाँ, तो वाहिगुरू जी देखो, मैंने उन्होंने भी रिप्लाई किया और मैं हर उस मनुख ਨੂੰ हाथ जोड़ के बेनती करदी हाँ ਜਿਹੜੇ सच विच जानना चाहते हैं ना रियलिटी की है। तो वाहिगुरू जी आप ना खुद बाणी गुरु ग्रंथ साहिब जी नू विचारो, खुद विचारो कि गुरु साहिब जी सानू सचखंड दी बाणी की कह रही है। ठीक है वाहिगुरू जी। ਉਹੀ ਗੱਲ ਆ ਗਈ ਨਾ ਕਿ ਮੰਨ ਲਓ ਕਿ ਜਿਹੜੇ ਸਿੱਖੀਜ਼ਮ ਦੇ ਵਿੱਚ ਆਪਣੇ ਸਿੱਖਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਜਿਹੜੇ ਦੱਸ ਵੀ ਰਹੇ ਨੇ ਕਿ ਰਾਮ ਸ਼ਬਦ ਤਾਂ ਬਹੁਤ ਵਾਰ ਆਇਆ, ਪਰ ਉੱਥੇ ਆਪਾਂ ਨੂੰ ਉਹ ਇਹ ਦੱਸ ਵੀ ਰਹੇ ਨੇ ਕਿ ਉਹਦੇ 'ਚ ਜਿਹੜਾ ਰਾਮ ਕਿਹਾ ਉਹਨੂੰ ਕਿਹਾ ਜਿਹੜਾ ਰਮਿਆ ਹੋਇਆ, ਠੀਕ, ਕਣ ਦੇ ਵਿੱਚ ਰਮਿਆ ਹੋਇਆ। ਹੁਣ ਇਹ ਤਾਂ ਉਹਨਾਂ ਨੇ ਦੱਸਤਾ। ਹੁਣ ਬਾਰ-ਬਾਰ ਆਪਾਂ ਉਹੀ ਕੁਐਸਚਨ ਜਾਂ ਬਾਰ-ਬਾਰ ਉਸ ਗੱਲ ਨੂੰ ਸਮਝਣਾ ਨਹੀਂ, ਜਾਂ ਆਪਾਂ ਹਜੇ ਸ਼ੰਕਾ 'ਚ ਹੀ ਹਾਂ, ਤੇ ਫਿਰ ਉਹ ਸਾਡੀਆਂ ਗਲਤੀਆਂ ਨੇ। ਹੁਣ ਮਹਾਰਾਜ ਨੇ ਤਾਂ ਬਾਣੀ ਸਾਰਿਆਂ ਲਈ ਹੀ ਪ੍ਰਗਟ ਕੀਤੀ ਹੈ ਨਾ। ਉਸ ਸੱਚਖੰਡ 'ਚੋਂ ਅਕਾਲ ਪੁਰਖ ਜੀ ਨੇ ਜੋ ਹੁਕਮ ਭੇਜਿਆ ਉਹ ਸਾਰਿਆਂ ਲਈ ਭੇਜਿਆ। ਤੇ ਵਾਹਿਗੁਰੂ ਜੀ ਫਿਰ ਜੇ ਕਿਤੇ ਜਿਹੜੇ ਸ਼੍ਰੀ ਰਾਮ ਚੰਦਰ ਨੇ ਉਹਨਾਂ ਦੀ ਵੀ ਗੱਲ ਹੋਈ ਹੈ ਤੇ ਉਹਦਾ ਇੱਕ ਅਲਾਇਦਾ ਪਤਾ ਲੱਗ ਜਾਂਦਾ ਵੀ ਇੱਥੇ ਉਹਨਾਂ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਦਸ਼ਰਥ ਪੁੱਤਰ ਦੀ ਵੀ ਗੱਲ ਆ ਜਾਂਦੀ ਹੈ, ਉਹ ਸ਼੍ਰੀ ਰਾਮ ਚੰਦਰ ਨੇ। ਤੇ ਜਿੱਥੇ ਉਹਨਾਂ ਨੇ ਇਹ ਕਹਿਤਾ ਵੀ ਤ੍ਰੇਤਾ ਯੁੱਗ 'ਚ ਜਿਹੜੇ ਆਏ ਸੀ ਉਹ ਵੀ ਸ਼੍ਰੀ ਰਾਮ ਚੰਦਰ ਹੋ ਗਏ, ਹੈ ਨਾ। ਤੇ ਉੱਥੇ ਆਪਾਂ ਨੂੰ ਕਲੀਅਰ ਕਰਤਾ ਮਹਾਰਾਜ ਨੇ। ਹੁਣ ਜਿਹੜਾ ਭਗਤਾਂ ਦੀ ਬਾਣੀ ਹੈ ਉਹਦੇ ਵਿੱਚ ਲਾ ਲਓ ਉਹਨਾਂ ਨੇ ਦੇਵੀ ਦੇਵਤਾਵਾਂ ਤੇ ਗੱਲ ਕੀਤੀ ਹੈ ਖੁੱਲ੍ਹ ਕੇ, ਹੈ ਨਾ, ਚਾਹੇ ਸ਼ਿਵ ਜੀ ਤੇ ਕੀਤੀ ਹੈ, ਚਾਹੇ ਕਿਸੇ ਤੇ ਦੇਵੀ ਦੇਵਤਾ ਤੇ ਕੀਤੀ ਹੈ। ਉੱਥੇ ਉਹ ਪੂਰਾ ਜ਼ਿਕਰ ਕਰ ਰਹੇ ਨੇ ਉਸ ਗੱਲ ਦਾ, ਉੱਥੇ ਆਪਾਂ ਨੂੰ ਪਤਾ ਲੱਗ ਜਾਂਦਾ। ਹੁਣ ਗੱਲ ਕੀ ਹੈ ਇੱਥੇ, ਫਰਕ ਕਿੱਥੇ ਆ ਰਿਹਾ ਕਿ ਆਪਾਂ ਇਹ ਕਹਿ ਰਹੇ ਕਿ ਮੈਂ ਹਜੇ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ, ਉਦੋਂ ਤੱਕ ਸ਼ੰਕਾ ਸਾਡੀ ਦੂਰ ਹੋਣੀ ਵੀ ਨਹੀਂ ਜਦੋਂ ਤੱਕ ਅਸੀਂ ਬਾਣੀ ਖੁਦ ਨਹੀਂ ਵਿਚਾਰਾਂਗੇ। ਤੇ ਵਾਹਿਗੁਰੂ ਜੀ ਇੱਥੇ ਨਾ ਇੱਕ ਸਵਾਲ ਸਾਡੇ ਸਾਰਿਆਂ ਉੱਤੇ ਖੜਾ ਹੁੰਦਾ ਹੈ ਕਿ ਆਪਾਂ ਅੱਜ ਇੰਨੇ ਕੁ ਗੁਰੂ ਤੋਂ ਦੂਰ ਜਾ ਚੁੱਕੇ ਹਾਂ ਨਾ, ਇਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਸਾਨੂੰ ਕਿਸੇ ਤੋਂ ਇਹ ਚੀਜ਼ ਪੁੱਛਣੀ ਪਵੇ ਬਾਰ-ਬਾਰ ਕਿ ਮੈਨੂੰ ਇਸ ਗੱਲ ਤੇ ਸ਼ੰਕਾ ਹੈ ਕਿ ਰਾਮ ਕਿਹਨੂੰ ਕਿਹਾ, ਮੈਨੂੰ ਇਸ ਗੱਲ ਤੇ ਸ਼ੰਕਾ ਹੈ ਕਿ ਸ਼ਿਵ ਜਿਹੜੇ ਆ ਉਹ ਕੌਣ ਨੇ, ਉਹ ਸ਼ਿਵ ਨੇ ਕਿ ਉਹ ਸ਼ਿਵ ਨੇ। ਇਹ ਗੱਲਾਂ ਆਪਾਂ ਪਤਾ ਕਿਹੜੀਆਂ ਕਰ ਰਹੇ ਹਾਂ। ਇੱਥੋਂ ਇਹ ਪਤਾ ਲੱਗਦਾ ਇੱਕ ਤਾਂ ਕਿ ਆਪਾਂ ਆਪਣੇ ਗੁਰੂ ਦੇ ਨੇੜੇ ਨਹੀਂ ਹੈਗੇ। ਜੇ ਆਪਾਂ ਨੂੰ ਇੰਨੀ ਗੱਲ ਹੀ ਨਹੀਂ ਹਜੇ ਕਲੀਅਰ ਹੋ ਰਹੀ ਕਿ ਆਪਾਂ ਇਹ ਕਿਸੇ ਦੇਖੋ ਇੱਕ ਪ੍ਰਚਾਰ ਉਸ ਪਾਸੋਂ ਹੋ ਰਿਹਾ, ਜਿਹੜੇ ਇਹ ਕਹਿਣ 'ਚ ਲੱਗੇ ਹੋਏ ਨੇ ਕਿ ਦੇਖੋ ਜੀ ਬਾਣੀ ਵੀ ਰਾਮ ਨੂੰ ਕਿੰਨਾ ਵੱਡਾ ਦਰਜਾ ਦਿੰਦੀ ਹੈ ਜੀ, ਤੇ ਰਾਮ ਕਿੰਨਾ ਵੱਡਾ ਦਰਜਾ ਮਹਾਰਾਜ ਨੇ ਦਿੱਤਾ ਹੈ ਜੀ। ਤੇ ਉਹ ਤਾਂ ਆਪਣਾ ਕੰਮ ਕਰ ਰਹੇ ਆ, ਉਹਨਾਂ ਨੇ ਕਰੀ ਜਾਣਾ। ਸਿੱਖ ਪ੍ਰਚਾਰਕ ਆਪਣਾ ਦੱਸ ਵੀ ਰਹੇ ਆ ਵੀ ਨਹੀਂ ਜੀ ਇੱਥੇ ਤਾਂ ਆਹ ਗੱਲ ਕਹੀ ਹੈ, ਪਰ ਆਪਾਂ ਕਨਫਿਊਜ਼ ਆਪਾਂ ਪਤਾ ਕਿਉਂ? ਕਿਉਂਕਿ ਆਪਾਂ ਉਹਨਾਂ ਦੀ ਵੀ ਕਿਤੇ ਨਾ ਕਿਤੇ ਮੰਨ ਰਹੇ ਹਾਂ ਕਿ ਸ਼ਾਇਦ ਉਹ ਸੱਚੇ ਹੀ ਨਾ ਹੋਣ। ਕਿੱਡਾ ਵੱਡਾ ਕੁਐਸਚਨ ਖੜਾ ਹੁੰਦਾ ਕਿ ਆਪਾਂ ਉਹਨਾਂ ਨੂੰ ਵੀ ਸੁਣਨਾ ਚਾਹ ਰਹੇ ਹਾਂ, ਮੰਨਣਾ ਚਾਹ ਰਹੇ ਹਾਂ ਜਿਹੜੇ ਇਹਦੇ ਵਿੱਚ ਮਿਲਾਵਟ ਕਰ ਰਹੇ ਨੇ। ਆਪਾਂ ਕਿੱਥੇ ਖੜੇ ਹਾਂ ਵਾਹਿਗੁਰੂ ਜੀ? ਸਹਿਜ ਅਵਸਥਾ ਵਿੱਚ ਤੇ ਗੱਲ ਕਰਨੀ ਸਿਰਫ ਗੁਰੂ ਸਾਹਿਬ ਜੀ ਦੇ ਹੁਕਮ 'ਚ ਰਹਿ ਕੇ ਸਾਨੂੰ ਇੰਨਾ ਪਤਾ ਵਾਹਿਗੁਰੂ ਜੀ ਕਿ ਉਹ ਆਪਣਾ ਕੰਮ ਕਰ ਰਹੇ ਨੇ, ਠੀਕ ਹੈ, ਤੇ ਕਰ ਰਹੇ ਨੇ ਉਹ ਗਲਤ, ਉਹ ਤਾਂ ਸਾਨੂੰ ਸਾਰਿਆਂ ਨੂੰ ਹੀ ਦਿਖਦਾ ਪਿਆ। ਤੇ ਪਤਾ ਉਹਨਾਂ ਦੀ ਅੰਤਰਾਤਮਾ ਨੂੰ ਵੀ ਹੈ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ, ਠੀਕ ਹੈ, ਇਹਦੇ 'ਚ ਕੁਝ ਲੁਕਿਆ ਛੁਪਿਆ ਨਹੀਂ। ਪਰ ਉਹ ਪਾਗਲ ਕਿਹਨੂੰ ਬਣਾ ਸਕਦੇ ਨੇ? ਉਹਨਾਂ ਨੂੰ ਬਣਾ ਸਕਦੇ ਜਿਹੜੇ ਗੁਰੂ ਸਾਹਿਬ ਜੀ ਨੂੰ ਕਦੀ ਸਮਝ ਨਹੀਂ ਪਾਏ, ਬਾਣੀ ਨੂੰ ਕਦੀ ਵਿਚਾਰਿਆ ਨਹੀਂ। ਉਹ ਤਾਂ ਬਣ ਸਕਦੇ, ਉਹ ਕਹਿਣਗੇ ਅੱਛਾ ਜੀ। ਹੁਣ ਜਿਵੇਂ ਸਾਡੇ ਸਿੱਖਾਂ ਦੇ ਪਰਿਵਾਰਾਂ 'ਚ ਹੀ ਕਿਹਾ ਜਾ ਰਿਹਾ ਕਿ ਤੁਸੀਂ ਉਹ ਇੱਕ ਕੱਲ੍ਹ ਵੀਰ ਦਾ ਉਹ ਆਇਆ ਵੌਇਸ ਨੋਟ ਆਇਆ, ਉਹ ਕਹਿੰਦੇ ਕਿ ਤੁਸੀਂ ਦੇਖੋ ਮੇਰੇ ਘਰ ਦੇ ਕਹਿ ਰਹੇ ਨੇ ਤੂੰ ਜੈ ਸ਼੍ਰੀ ਰਾਮ ਬੋਲ ਦੇ, ਕੱਲ ਅੱਜ ਉਹ ਹੈਗਾ ਤੇ ਤੂੰ ਉਹ ਕਿਉਂ ਨਹੀਂ ਬੋਲਦਾ, ਜਾਂ ਉਹ ਬੋਲਣਾ ਸ਼ੁਰੂ ਕਰ ਦੇ ਜੇ ਸਤਿ ਸ੍ਰੀ ਅਕਾਲ ਨਹੀਂ ਕਹਿਣੀ, ਇੱਕੋ ਹੀ ਗੱਲ ਹੈ। ਆਪਾਂ ਆਪਣੇ ਘਰਾਂ ਦੇ ਅੰਦਰ ਵਾਹਿਗੁਰੂ ਜੀ ਉਹ ਗੱਲਾਂ ਤਾਂ ਅੱਜ ਬੜੀਆਂ ਨੋਰਮਲ ਕਰ ਲਈਆਂ ਕਿਉਂਕਿ ਅਸੀਂ ਬਾਣੀ ਨਹੀਂ ਵਿਚਾਰੀ, ਠੀਕ ਹੈ। ਮਹਾਰਾਜ ਨੇ ਤਾਂ ਸਾਨੂੰ ਦੱਸਿਆ ਕਿ ਜਿਹੜੇ ਅਵਤਾਰ ਹੁੰਦੇ ਜਾਂ ਜਿਹੜੇ ਦੇਵੀ ਦੇਵਤਾ ਨੇ ਉਹ ਆਪਣੀ ਖੇਡ ਖੇਡ ਕੇ ਚਲੇ ਗਏ, ਠੀਕ ਹੈ।
ਉਹ ਜੋ ਉਹਨਾਂ ਨੂੰ ਮਹਾਰਾਜ ਨੇ ਹੁਕਮ ਦੇ ਵਿੱਚ ਭੇਜਿਆ ਉਹ ਕਰਕੇ ਚਲੇ ਗਏ। ਤੇ ਮਹਾਰਾਜ ਤਾਂ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਅਕਾਲ ਪੁਰਖ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਪੂਜਣਾ। ਸੱਚ ਸਾਨੂੰ ਇਹ ਬਚਨ। ਗੱਲ ਸਮਝਣ 'ਚ ਕਿੰਨਾ ਉਹ ਹੋ ਰਿਹਾ ਵਾਹਿਗੁਰੂ ਜੀ, ਅੱਜ ਦਾ ਸਮਾਂ ਐਸਾ ਚੱਲ ਰਿਹਾ ਹੈ, ਪ੍ਰਚਾਰ ਐਸਾ ਚੱਲ ਰਿਹਾ ਉਹਨਾਂ ਵੱਲੋਂ ਜਿਹੜੇ ਗਲਤ ਪ੍ਰਚਾਰ ਕਰ ਰਹੇ ਨੇ। ਆਪਾਂ ਇੰਨਾ ਹੀ ਨਹੀਂ ਸਮਝ ਪਾ ਰਹੇ ਵਾਹਿਗੁਰੂ ਜੀ ਕਿ ਸਾਡੇ ਗੁਰੂ ਸਾਹਿਬ ਕੀ ਕਹਿ ਸਕਦੇ ਨੇ ਤੇ ਕੀ ਨਹੀਂ ਕਹਿ ਸਕਦੇ। ਹੁਣ ਇੱਥੇ ਇੱਕ ਗੱਲ ਹੋਰ ਕਲੀਅਰ ਕਰ ਦਈਏ ਵਾਹਿਗੁਰੂ ਜੀ, ਗੁਰੂ ਸਾਹਿਬ ਜੀ ਨੇ ਇਹ ਤਾਂ ਨਹੀਂ ਕੀਤਾ ਹੋਏਗਾ ਕਿ ਦੋ ਗੱਲਾਂ ਕੀਤੀਆਂ ਹੋਣ, ਵੀ ਇੱਕ ਪਾਸੇ ਕਹਿਤਾ ਹੋਵੇ ਕਿ ਆਹ ਸੱਚ ਹੈ ਤੇ ਦੂਜੇ ਪਾਸੇ ਉਹੀ ਗੱਲ ਕਹਿਤੀ ਹੋਵੇ ਵੀ ਇਹਨਾਂ ਨੂੰ ਵੀ ਤੁਸੀਂ ਮੰਨ ਸਕਦੇ ਹੋ। ਵੀ ਕਹਿਣ ਦਾ ਭਾਵ ਵੀ ਜਿਹੜੇ ਰਾਮ ਚੰਦਰ ਸੀਗੇ ਜਾਂ ਸ਼ਿਵ ਜੀ ਸੀਗੇ ਉਹ ਸਾਰੇ ਉਹਦੇ ਭੇਜੇ ਸੀ, ਤੇ ਇੱਕ ਪਾਸੇ ਤਾਂ ਉਹਨਾਂ ਨੇ ਕਹਿਤਾ ਕਿ ਤੁਸੀਂ ਕਿਸੇ ਨੂੰ ਨਹੀਂ ਪੂਜਣਾ ਉਸ ਅਕਾਲ ਪੁਰਖ ਤੋਂ ਇਲਾਵਾ। ਇੱਕ ਪਾਸੇ ਇਹ ਗੱਲ ਖਤਮ ਹੋ ਗਈ, ਉੱਥੇ ਗੱਲ ਖਤਮ ਹੋ ਗਈ, ਠੀਕ ਹੈ, ਮਹਾਰਾਜ ਦਾ ਉਪਦੇਸ਼ ਸਾਨੂੰ ਸਮਝ ਆ ਗਿਆ। ਫਿਰ ਆਪਾਂ ਦੁਬਿਧਾ 'ਚ ਤਾਂ ਪਈਏ ਕਿ ਜੇ ਆਪਾਂ ਕਿਤੇ ਇਹ ਵੀ ਸਾਨੂੰ ਕਿਹਾ ਹੋਵੇ ਗੁਰੂ ਸਾਹਿਬ ਜੀ ਨੇ ਕੋਈ ਗੱਲ ਨਹੀਂ, ਜੇ ਤੁਸੀਂ ਉਹਨਾਂ ਨੂੰ ਵੀ ਪੂਜਣਾ ਪੂਜ ਸਕਦੇ ਹੋ। ਉਹਨਾਂ ਨੇ ਤਾਂ ਕਲੀਅਰ ਕਰਤਾ ਕਿ ਤੁਸੀਂ ਕਿਸੇ ਨੂੰ ਵੀ ਨਹੀਂ ਪੂਜਣਾ। ਤੇ ਆਪਾਂ ਇਹ ਗੱਲ ਕਿਉਂ ਨਹੀਂ ਸਮਝ ਪਾ ਰਹੇ ਕਿ ਜੇ ਕਿਤੇ ਰਾਮ ਆਪਾਂ ਪੰਕਤੀ ਦੇ ਵਿੱਚ ਪੜ੍ਹਦੇ ਵੀ ਹਾਂ ਤੇ ਸਾਨੂੰ ਜਿੱਥੇ ਉੱਥੇ ਇਹ ਕਿਹਾ ਕਿ ਕਿਤੇ ਤਾਰੀਫ ਕੀਤੀ ਹੈ ਜਾਂ ਕਿਤੇ ਇਹ ਕਿਹਾ ਕਿ ਉਹਨੂੰ ਪੂਜੇ ਬਿਨਾ ਸਾਡਾ ਗੁਜ਼ਾਰਾ ਨਹੀਂ, ਤੇ ਉੱਥੇ ਉਹ ਰਾਮ ਦੀ ਗੱਲ ਕੀਤੀ ਜਿਹੜਾ ਰਮਿਆ ਹੋਇਆ। ਸੱਤ ਬਚਨ। ਬਸ ਉੱਥੇ ਕਲੀਅਰ ਹੋ ਗਿਆ ਕਿ ਇੱਥੇ ਤਾਂ ਅਕਾਲ ਪੁਰਖ ਦੀ ਗੱਲ ਹੋ ਰਹੀ है। वाहिगुरु जी एक और चीज, दुनिया में जितने भी नाम है ना आज के टाइम पे, जितने भी पूरा वर्ल्ड लगा लो, पूरा जितने भी नाम है वो सब उसी के ही तो हैं जी बिल्कुल। और उसका एक भी नाम नहीं ਉਹਦਾ है, ਇੱਕ ਵੀ ਨਾਮ ਨਹੀਂ ਮਹਾਰਾਜ ਦੱਸਦੇ ਨੇ। बट उसका सारे ही नाम। सारे वाहिगुरु जी नाम। दुनिया में जितने भी नाम ने, चाइनीज हो, कोरियन हो, बिल्कुल। कोई भी हो, सब अंग्रेज उस हो। ना दे ही नाम है, बट उनका कोई भी नाम नहीं है। ठीक है, ये समझने वाली चीज है वाहिगुरु जी, क्योंकि उस अकाल पुरख जी की बनाई हुई मूर्तियां तो हम सब थे, बिल्कुल हम सब हैं वाहिगुरु जी, बिल्कुल हम सब हैं उसकी बनाई हुई मूर्तियां। ये सब कुछ पूरी दुनिया ही उसकी बनाई हुई है। बिल्कुल। ठीक है, तो वाहिगुरु जी ये इसलिए भी होता है कि आप विश्वास थोड़ा आप डगमगा जाता है, क्योंकि आपके अंदर ये बिठाया गया है कि अगर आप ये नहीं करोगे ना तो ਤੁਹਾਨੂੰ पाप लगना है। ये डर है आपके अंदर, क्योंकि ये डराया जाता है। वाहिगुरु जी कैसे डराया जाता है, मैं अपना बता देती हूँ। जब मैं हरियाणा में थी, जब छोटी थी, अरे अरे मतलब वो मत चढ़ा इसके ऊपर, समझ रहे हो, पाप लगेगा, तेरे को गुस्सा कर देंगे। इतने वाहिगुरु जी इतने इतने चढ़ाओ, इतने चढ़ाओ, नहीं चढ़ाना तो देख लो तुम्हारा फिर, मतलब इनडायरेक्टली, मतलब बड़ा मतलब एक ना डर बिठा देना। ਅਸਲ 'ਚ ਵਾਹਿਗੁਰੂ ਜੀ ਮੈਂ ਆਪ ਜੀ ਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਫਰਕ ਕਿੱਥੇ ਪੈ ਰਿਹਾ ਹੈ। ਦੇਖੋ ਮਹਾਰਾਜ ਨੇ ਸਾਨੂੰ ਕੋਈ ਦੁਸ਼ਮਣੀਆਂ ਪਾਉਣ ਲਈ ਨਹੀਂ ਕਿਹਾ, ਜਾਂ ਮਹਾਰਾਜ ਨੇ ਨਫ਼ਰਤ ਕਰਨ ਲਈ ਵੀ ਨਹੀਂ ਕਿਹਾ। ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਠੀਕ ਹੈ ਨਾ ਵਾਹਿਗੁਰੂ ਜੀ, ਅਸੀਂ ਕਰ ਸਕਦੇ ਹਾਂ ਨਾ ਤੁਸੀਂ ਕਰਨੀ ਹੈ। ਕਿਸੇ ਨਾਲ ਨਫ਼ਰਤ ਨਹੀਂ, ਸਭ ਦਾ ਆਦਰ ਸਨਮਾਨ ਹੈ, ਰਿਸਪੈਕਟ ਹੈ। ਮਹਾਰਾਜ ਕੀ ਕਹਿਣਾ ਚਾਹੁੰਦੇ ਸੀ ਆਪਾਂ ਨੂੰ ਸੋਚ ਸਮਝ ਨਹੀਂ ਪਏਗੀ ਕਿ ਮਹਾਰਾਜ ਕਿਸ ਸੰਦਰਭ ਵਿੱਚ, ਮਹਾਰਾਜ ਕਿਸ ਸੰਦਰਭ ਵਿੱਚ ਉਹ ਗੱਲਾਂ ਸਾਨੂੰ ਕਹਿ ਕੇ ਗਏ ਕਿ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਇਹ ਆਪਾਂ ਨੂੰ ਸਮਝਣਾ ਪਏਗਾ ਕਿ ਮਹਾਰਾਜ ਇੱਥੇ ਕਹਿਣਾ ਕੀ ਚਾਹੁੰਦੇ। ਮਹਾਰਾਜ ਕਹਿੰਦੇ ਕਿ ਰਿਸਪੈਕਟ ਤੁਸੀਂ ਸਾਰਿਆਂ ਦੀ ਕਰਨੀ ਹੈ, ਕਿਉਂਕਿ ਜੇ ਆਪਾਂ ਕਿਸੇ ਇਨਸਾਨ 'ਚ ਰੱਬ ਦੇਖ ਰਹੇ ਹਾਂ ਤੇ ਉਹ ਵੀ ਤਾਂ ਫਿਰ ਉਹਨਾਂ ਦੇ ਹੀ ਭੇਜੇ ਸੀ ਨਾ ਵਾਹਿਗੁਰੂ ਜੀ, ਠੀਕ ਹੈ। ਉਹ ਅਵਤਾਰ ਸੀ, ਉਸ ਸਮੇਂ ਦੇ ਬਹੁਤ ਵੱਡੇ ਅਵਤਾਰ ਸੀ, ਠੀਕ ਹੈ। ਆਪਾਂ ਰਿਸਪੈਕਟ ਕਰਨੀ ਹੈ। ਬਸ ਆਪਾਂ ਇੱਕ ਗੱਲ ਨੂੰ ਸਮਝ ਲਈਏ ਕਿ ਚਾਹੇ ਕਿਤੇ ਰਾਮ ਦੀ ਗੱਲ ਹੋਏ, ਚਾਹੇ ਕੁਛ ਗੱਲ ਹੋਏ ਵਾਹਿਗੁਰੂ ਜੀ, ਆਪਾਂ ਕੋਈ ਮਨ ਦੇ ਅੰਦਰ ਉਹ ਨਹੀਂ ਲਿਆਣੀ, ਗਲਤ ਕੋਈ ਸੋਚ ਨਹੀਂ ਲਿਆਣੀ, ਕੋਈ ਵੈਰ ਵਿਰੋਧ ਨਹੀਂ ਹੈਗਾ। ਬਸ ਇੰਨਾ ਯਾਦ ਰੱਖਣਾ ਹੈ ਕਿ ਮਹਾਰਾਜ ਵੀ ਕਹਿੰਦੇ ਕਿ ਅਕਾਲ ਪੁਰਖ ਦੀ ਬੰਦਗੀ ਕਰੋ, ਹੋਰ ਕਿਸੇ ਦੀ ਤੁਸੀਂ ਕਰ ਹੀ ਨਹੀਂ ਸਕਦੇ। ਜੇ ਕਰੋਗੇ ਤੇ ਉਹ ਤੁਸੀਂ ਆਪੇ ਦੇਖੋਗੇ ਫਿਰ ਕੀ ਹੋਇਆ। ਤੁਸੀਂ ਸੱਚਖੰਡ ਨਹੀਂ ਜਾ ਪਾਓਗੇ ਵਾਹਿਗੁਰੂ ਜੀ। ਜੇ ਸੱਚਖੰਡ, ਮਹਾਰਾਜ ਕਹਿੰਦੇ ਕਿ ਸੱਚਖੰਡ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂ, ਤੇ ਸੱਚਖੰਡ ਜਾਣ ਲਈ ਤਾਂ ਵਾਹਿਗੁਰੂ ਜੀ ਅਕਾਲ ਪੁਰਖ ਦੀ ਹੀ ਬੰਦਗੀ ਕਰਨੀ ਪਏਗੀ, ਕਿਉਂਕਿ ਉਹ ਸੱਚਖੰਡ ਹੈ ਹੀ ਉਹਦਾ। ਸਤ ਬਚਨ। ਇੱਥੇ ਹੋਰ ਕੋਈ ਆਪਾਂ ਗੱਲ ਨਹੀਂ ਕਹਿਣਾ ਚਾਹੁੰਦੇ ਆਪ ਜੀ ਨੂੰ ਕਿ ਜਿਵੇਂ ਹੁਣ ਸਾਨੂੰ ਕਮੈਂਟ ਆ ਜਾਂਦੇ ਆ ਜਿਹਦੇ ਚੋਂ ਇਦਾਂ ਪੁੱਛ ਲਿਆ ਕਿਸੇ ਭੈਣ ਨੇ ਜਾਂ ਕਿਸੇ ਵੀਰ ਨੇ ਕਿ ਵਾਹਿਗੁਰੂ ਜੀ ਜਿਹੜਾ ਬਾਣੀ ਦੇ ਵਿੱਚ ਰਾਮ ਸ਼ਬਦ ਆਇਆ ਉਹ ਕਿਉਂ ਆਇਆ, ਜਾਂ ਉਹ ਕਿਹੜੇ ਰਾਮ ਨੇ, ਇਦਾਂ ਵੀ ਆਪਾਂ ਇਹ ਡਾਊਟ ਸਾਡੇ ਅੰਦਰ ਆ ਕਿੱਥੋਂ ਰਿਹਾ। ਉਹ ਤਾਂ ਆ ਰਿਹਾ ਕਿਉਂਕਿ ਉਹ ਪ੍ਰਚਾਰ ਵੀ ਇੱਕ ਪਾਸੇ ਚੱਲ ਰਿਹਾ ਜਿਹੜਾ ਸਾਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਬਾਣੀ ਦੇ ਵਿੱਚ ਅਵਤਾਰਾਂ ਦੀ ਬੜੀ ਉਹ ਹੋਈ ਹੈ ਜੀ, ਵੀ ਉਹਨਾਂ ਬਿਨਾ ਬਾਣੀ ਤੁਹਾਡੀ ਪੂਰੀ ਨਹੀਂ ਹੈਗੀ। ਰਾਮ ਸ਼ਬਦ 2000 ਵਾਰੀ ਆਇਆ, इतना कह देते हैं। वाहिगुरु जानो, फिर आओ ब्रह्मा के बारे में जानो, विष्णु के बारे में जानो, महादेव के बारे में जानो, तीनों के बारे में जानो। जेड़े कहते हैं ना वाहिगुरु जी ब्रह्मा विष्णु महेश ऐ चला रहे ने दुनिया, ऐ चला रहे ने सृष्टि, आओ फिर जानो। बस वाहिगुरु जी ये पंक्ति ये कुकर बोलेगा
इसके बाद नहीं बोलूँगी। ਬਿਲਕੁਲ ठीक है। ਮਹਾਰਾਜ ਸਾਨੂੰ ਸਮਝਾ ਰਹੇ ਨੇ, ਆਓ ਆਪਾਂ ਵਿਚਾਰ ਲੈਂਦੇ ਆ ਤਾਂ ਕਿ ਸਾਡੀ ਜਿਹੜੀ ਦੁਬਿਧਾ ਹੈ ਉਹ ਕਲੀਅਰ ਹੋ ਸਕੇ, ਦੂਰ ਹੋ ਸਕੇ। ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ ਰਹਾਉ, ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸ੍ਰੀ, विश्व का दीपक स्वामी ताचे रे स्वार्थी, पंखी राय गरुड़ ताचे बांधवा, कर्म कर अरुण पिंगलारी, अनिक पातक हरता त्रिभुवन नाथरी, तीर्थ तीर्थ भ्रमता लह ना पाररी, कर्म कर कपाल मफीट श्री, अमृत शशि तेन लक्ष्मी, कल्पतार शिखर सोनागर, नदी चे नाथम, कर्म कर खार मफीट श्री, दाधी ले लंका गढ़ उपाड़ी ले रावण बण, सल विसल आन तो कीले हरि, कर्म कर कशौटी मफीट श्री, पूर्व लोकृत कर्म ना मिटैरी कर गए हणा, ताचे मोहि जापी अले राम चे नामम, बदत त्रिलोचन राम जी। हे भूली हुई मूर्ख जिंदे, तू परमात्मा को क्यों दोष देती है? पाप पुण्य तेरा अपना किया हुआ कर्म है, जिसके कारण दुख सुख सहना पड़ता है। ਸਤ रहाओ। बचन। हे मेरी जिंदे, अपने किए कर्मों के कारण चंद्रमा का दाग ना हट सका, भला ही वह शिव जी के माथे पर बसता है, नित्य गंगा में स्नान करता है, और उसी की कुल में विष्णु जी ने कृष्ण रूप धार के जन्म लिया। वाहिगुरु जी, इतने आप जी ਨੂੰ समझ आए कि की समझाना चाह रहे सी गुरु, मतलब की समझाना चाह रहे हैं गुरु साहिब जी कि भले चंद्रमा के ऊपर दाग लगा था, आप जी को पता होगा कि वो किस कारण लगा था, मैं आप जी ਨੂੰ ਦੱਸ ਦਾਂਗੀ आगे। वो कहा जाता है कि शिव जी मतलब उन्होंने माथे पे, मतलब शिव जी के इतने मतलब करीब दिखाया जाता है कि माथे पे, तो शिव जी के माथे पे रह के भी उसका दाग नहीं हट सका। ਸਤ ਬਚਨ। समझ रहे हो आप कि ਬਾਣੀ मतलब ਸਾਨੂੰ ਸਮਝਾ ਰਹੀ ਹੈ कि शिव जी भी उसका दाग नहीं हटा सका। ठीक है वाहिगुरु ਉਸ जी। ਅਕਾਲ ਪੁਰਖ ਦੇ ਹੁਕਮ ਵਿੱਚ ਜੋ ਵੀ ਹੋਏਗਾ ਉਹ ਚੱਲਣਾ ਹੀ ਹੈ ਵਾਹਿਗੁਰੂ। सत्य, चाहे वो गंगा में स्नान करता, ਬਿਲਕੁਲ। ठीक है वाहिगुरु जी। और उसकी कुल में विष्णु जी ने कृष्ण रूप धार के जन्म लिया, देखो तब भी वो नहीं तर पाया। ठीक है। हे घर की गृहिणी, अपने कर्मों के कारण अरुण पिंगला ही रहा, चाहे सारे जगत को प्रकाश देने वाला सूरज उसका स्वामी है, और उस सूरज का वह सारथी है, और पक्षियों का राजा गरुण उसका रिश्तेदार है। फिर भी देख लो वाहिगुरु जी, साफ स्पष्ट ही वाहिगुरु जी गुरु साहिब जी ਇੱਥੇ समझा ਮਹਾਰਾਜ के ਇਹ ਕਹਿ गए। ਰਹੇ ਨੇ ਕਿ ਕੋਈ ਕਿਸੇ ਵੀ ਦੇਵਤਾ ਨਾਲ ਜੁੜਿਆ, ਚਾਹੇ ਸੂਰਯ ਦੇਵਤਾ ਨੂੰ ਮੰਨਦੇ ਨੇ, ਹਨਾ, ਹਿੰਦੂ ਵੀਰ ਜਿਹੜੇ ਨੇ, ਤੇ ਕੋਈ ਦੇਵਤਾ ਨੂੰ ਪੂਜਦੇ ਨੇ, ਕਹਿੰਦੇ ਠੀਕ ਹੈ ਕਿ ਉਹ ਓਨਾ ਹੀ ਹੈ। ਬਾਣੀ ਦੇ ਵਿੱਚ ਸਮਝਾਇਆ ਕਿ ਜਿੰਨਾ ਤੁਹਾਨੂੰ ਦੇ ਸਕਦੇ ਉਹ ਦੇਣਗੇ, ਪਰ ਉਸ ਤੋਂ ਅੱਗੇ ਜਿਹੜੀ ਮੁਕਤੀ ਹੈ, ਜਿਹੜੀ ਖੇਡ ਉਸ ਤੋਂ ਅੱਗੇ ਦੀ ਹੈ, ਉਹ ਸਿਰਫ ਸੱਚਖੰਡ 'ਚ ਅਕਾਲ ਪੁਰਖ ਦੇ ਹੱਥ 'ਚ ਹੈ। ਤੇ ਜੋ ਚੰਦਰਮਾ ਬਾਰੇ ਗੱਲ ਕੀਤੀ, ਜਾਂ ਕੋਈ ਕਿਸੇ ਕੁੱਲ ਦੇ ਵਿੱਚ ਵੀ ਜਨਮ ਲੈ ਲਿਆ ਪਰ ਉਹਦਾ ਪਾਰ ਉਤਾਰਾ ਨਹੀਂ ਹੋ ਸਕਿਆ, ਇੱਕ ਚੰਦਰਮਾ ਦਾ ਤਾਂ ਦਾਗ ਵੀ ਨਹੀਂ ਮਿਟ ਸਕਿਆ ਜਿਹੜਾ ਉਹਨੂੰ ਲੱਗਿਆ ਸੀ। ਕਿਉਂ? ਕਿਉਂਕਿ ਉਸ ਅਕਾਲ ਪੁਰਖ ਦੇ ਹੁਕਮ 'ਚ ਲੱਗਿਆ, ਕੋਈ ਮਿਟਾ ਹੀ ਨਹੀਂ ਸਕਦਾ। ਵਾਹਿਗੁਰੂ ਜੀ ਅਗਲਾ ਧਿਆਨ ਨਾਲ ਸੁਣ। ਅਨਕ ਪਤਕ ਹਰਤਾ ਤ੍ਰਿਭਵਨ ਨਾਥ ਰੀ ਤੀਰਥ, तीर्थ तीर्थ भ्रमता लह ना पार री। अर्थ है वाहिगुरु जी, ब्रह्म हत्या के किए कर्म के अनुसार शिव जी के हाथों से खोपड़ी नहीं उतर सकी थी। वाहिगुरु जी इस ये होने के बाद आप जी ਨੂੰ बता देंगे ब्रह्म हत्या ਜਿਹੜਾ वाहिगुरु जी शिव जी ने जब ब्रह्मा का पंजवा सिर काटा था, वो क्यों रीजन था कि उनको काटना पड़ा। फिर जब काटा तो फिर बता रहे हैं कि खोपड़ी नहीं। ਵੇਦ ਵਿੱਚ ਵਾਹਿਗੁਰੂ ਜੀ ਵੇਦ ਵਿੱਚ ਨਾ ਕਹਿੰਦੇ ਨੇ, ਵੇਦਾਂ 'ਚ ਅਗਰ ਪੜੋ ਤੇ ਕਹਿੰਦੇ ਬ੍ਰਹਮ ਹੱਤਿਆ ਜੇ ਕੋਈ ਕਰ ਦੇਵੇ ਤਾਂ ਉਹਦੇ ਤੇ ਸ਼ਰਾਪ ਲੱਗਦਾ ਹੈ, ਇਦਾਂ ਦੀਆਂ ਗੱਲਾਂ ਕਾਫੀ ਨੇ। ਤਾਂ ਇੱਥੇ ਮਹਾਰਾਜ ਬਾਣੀ 'ਚ ਸਾਨੂੰ ਸਮਝਾ ਰਹੇ ਨੇ ਕਿ ਜੇ ਉਹ ਇੱਕ ਜਿਹੜਾ ਬ੍ਰਹਮਾ ਹੈ, ਉਹ ਤਾਂ ਹੈ ਹੀ ਬ੍ਰਾਹਮਣਾਂ ਦਾ ਮੁੱਢ ਜਿਹੜਾ ਬਣਿਆ ਸੀ ਦੇਵਤਾ, ਤੇ ਜਦੋਂ ਦਾ ਪੰਜਵਾਂ ਸੀਸ ਜਿਹੜਾ ਉਹਨਾਂ ਨੇ ਵੱਢਿਆ ਸੀ, ਉਹ ਉਹਨਾਂ ਦੇ ਚਿਪਕ ਗਿਆ ਸੀਗਾ ਇੱਕ ਸ਼ਰਾਪ ਦੇ ਤੌਰ ਤੇ ਉਹਨੂੰ ਵੀ ਨਹੀਂ ਉਹ ਹਟਾ ਸਕੇ। हाँ, कह रहे हैं कि खोपड़ी नहीं उतर सकी थी, चाहे शिव जी सारे जगत का नाथ समझा जाता है और जीवों के अनेक पाप नाश करने वाला है, पर वह हर एक तीर्थ पर भटकता फिरा तो भी उस खोपड़ी से उसकी खलासी नहीं हो रही थी। ठीक है वाहिगुरु जी। आप जी ने बता देती हूँ कि ब्रह्म हत्या मतलब उन्होंने 5वां सिर ब्रह्मा का क्यों काटा था। जिस शिव को
बल देव समझ के मंदिरों में टिका के पूजा करते हो, उसके बाबत ये भी कहते हो कि जब ब्रह्मा अपनी ही पुत्री पर मोहित हो गया। वाहिगुरु समझो कि ब्रह्मा अपनी ही पुत्री पर मोहित हो गया, और वो कौन सी पुत्री? वाहिगुरु जी, सरस्वती। हम कहते हैं सरस्वती माँ, ब्रह्मा की वाइफ सरस्वती, वाहिगुरु जी उनकी बेटी, ठीक है। अपनी ही पुत्री पर मोहित हो गया, तब शिव ने उसका सिर काट डाला और ये फिर शिव के हाथ से जुड़ गया। कई तीर्थों पर भटकते फिरे, फिर भी सिर शिव के हाथ से नहीं उतरा। बताओ, जो शिव खुद इतने आतुर व दुखी होए, वो तुम्हारा क्या सवारेगा। ਵਾਹਿਗੁਰੂ। ਬਸ ਵਾਹਿਗੁਰੂ ਜੀ, ਇੱਥੋਂ ਆਪ ਜੀ ਹੁਣ ਸਮਝ ਲਓ, ਇਹ ਪੰਕਤੀ ਆਪ ਜੀ ਅੱਗੇ ਤਾਂ ਹੀ ਰੱਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਿ ਆਪਾਂ ਨਹੀਂ ਵਿਚਾਰਿਆ ਹੋਇਆ, ਸਾਨੂੰ ਨਹੀਂ ਪਤਾ ਕਿ ਸਭ ਤੋਂ, ਦੇਖੋ ਵਾਹਿਗੁਰੂ ਜੀ, ਜਿਹੜੀ ਵੱਡੀ ਖੇਡ ਹੈ, ਜਿਹਦੇ ਹੱਥ ਦੇ ਵਿੱਚ ਸਾਰੀ ਖੇਡ ਹੈ, ਜਿਹਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ, ਉਹ ਹੈ ਅਕਾਲ ਪੁਰਖ। ਠੀਕ ਹੈ ਵਾਹਿਗੁਰੂ ਜੀ, ਬੰਦਗੀ ਆਪਾਂ ਉਹਦੀ ਕਰਨੀ ਹੈ। ਬਸ ਮਹਾਰਾਜ ਸਾਨੂੰ ਡਾਇਰੈਕਟਲੀ ਇਹ ਗੱਲ ਦੱਸ ਕੇ ਗਏ ਹੈ ਤੇ ਸਮਝਾ ਕੇ ਗਏ ਹੈ। ਬੜੇ ਕਹਿ ਲਓ ਕਿ ਬਾਣੀ ਇੰਨਾ ਵੱਡਾ ਖਜ਼ਾਨਾ ਹੈ ਵਾਹਿਗੁਰੂ ਜੀ ਕਿ ਆਪਾਂ ਜਿੰਨਾ ਮਰਜ਼ੀ ਉਹਦੇ ਚੋਂ ਗਿਆਨ ਲੈ ਲਈਏ ਤਾਂ ਫਿਰ ਵੀ ਅਸੀਂ ਇੱਕ ਬੂੰਦ ਵੀ ਨਹੀਂ ਵਾਹਿਗੁਰੂ ਜੀ ਆਪਣੇ ਅੰਦਰ ਪਾ ਸਕਦੇ ਵੀ ਇੰਨਾ ਵੱਡਾ ਗਿਆਨ ਹੈ, ਵੀ ਉਹ ਸਮੁੰਦਰ ਹੈ। ਤੇ ਆਪਾਂ ਜੇ ਮਹਾਰਾਜ ਕਿਰਪਾ ਕਰ ਦੇਣ ਤੇ ਇੱਕ ਬੂੰਦ ਹੀ ਸਾਨੂੰ ਮਿਲ ਜਾਏ ਨਾ, ਤੇ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਸਫਲ ਹੈ। ਆਣਾ ਜਿਹੜਾ ਮਨੁੱਖੀ ਜਾਮਾ ਸਾਨੂੰ ਮਿਲਿਆ ਉਹਦਾ ਮਨੋਰਥ ਪੂਰਾ ਹੈ। ਵਾਹਿਗੁਰੂ ਜੀ, ਬਸ ਇੱਕ ਚੀਜ਼ ਮੈਂ ਆਪ ਜੀ ਨੂੰ ਵਿਸ਼ਨੂੰ जी दे बारे दस दिया कि सचखंड तो बाणी आई है। वाहिगुरु जी लिखा गया है, तुम विष्णु की कृष्ण मूर्ति की पूजा करते हो और गंगा में स्नान करने को पुण्य कार्य समझते हो, पर तुम ये भी बताते हो कि अपनी स्त्री अहल्या के संबंध में गौतम ने चंद्रमा को दाग लगा दिया था। ये दाग चंद्रमा के माथे पर उसके कुकर्म का कलंक है। नित्य का गंगा स्नान और विष्णु जी का कृष्ण रूप धार के चंद्रमा की कुल में पैदा होना भी चंद्रमा के उस कलंक को दूर नहीं कर सके। बताओ, गंगा का स्नान करके और कृष्ण की मूर्ति की पूजा करके तुम्हारा पाप व कुकर्म कैसे धुल जाएगा। गुरु साहिब जी सानू की समझा रहे हैं, तुम एक टिटहरी के बच्चों की कहानी सुना के बताते हो कि टिटहरी के बच्चों को बहा ले जाने के अपराध में समुंदर आज तक खारा चला आ रहा है, पर साथ ही तुम ये भी कहते हो कि समुंदर में से 14 रत्न निकले थे जिनमें कामधेन कलपत्र भी थे, और समुंदर में ही तुम विष्णु जी का निवास भी बताते हो। पर यदि ये विष्णु जी कामधेनु और कलपत्र अभी तक समुंदर के अपराध का असर नहीं मिटा सके, समुंदर का खारा पानी दूर नहीं कर सके, तो तुम इस विष्णु की पूजा से किस लाभ की आशा रखते हो। तुम पुण्य दान के आश्रय स्वर्ग में पहुंच के इसी कामधेन व कलपत्र से मन की मुरादें कैसे पूरी कर लोगे। सत बचन। इत्थों वाहिगुरू जी हुण आपां नूं क्लीयर हो जाना चाहिए कि एक तां आप विचारो बाणी नूं, दूजी गल वाहिगुरू जी महाराज ने सानू जो समझाया क्लीयर कट कि बाकी देखो सारिਆਂ ਦੀ ਆਪਣੀ ਇੱਛਾ ਹੈ ਕਿੰਨੇ ਕਿੱਦਾਂ ਚੱਲਣਾ ਹੈ ਕਿੱਦਾਂ ਨਹੀਂ। ਗੁਰੂ ਸਾਹਿਬ ਦੀ ਕਿਰਪਾ ਬਿਨਾ ਸਾਨੂੰ ਮਹਾਰਾਜ ਦੀ ਜਦੋਂ ਤੱਕ ਸਮਤ ਜਦੋਂ ਬਖਸ਼ਦੇ ਨਹੀਂ ਵਾਹਿਗੁਰੂ ਜੀ, ਗੁਰਮਤਿ ਜੀਵਨ ਨਹੀਂ ਬਖਸ਼ਦੇ, ਉਦੋਂ ਤੱਕ ਤਾਂ ਵਾਹਿਗੁਰੂ ਜੀ ਸਾਨੂੰ ਅਸਲ ਸੱਚਾਈ ਕਦੀ ਵੀ ਪਤਾ ਹੀ ਨਹੀਂ ਲੱਗਦੀ। ਅਸੀਂ ਇੱਧਰ ਉੱਧਰ ਕਿਤੇ ਨਾ ਕਿਤੇ ਭਟਕ ਜਾਂਦੇ ਆ। ਤੇ ਸਾਡੇ ਅਕਾਲ ਪੁਰਖ ਜਿਹੜੇ ਮਹਾਰਾਜ ਨੇ ਦੱਸੇ ਨੇ ਕਿ ਜਿਨ੍ਹਾਂ ਦੇ ਇਸੇ ਅੰਸ਼ਾਂ ਸਾਰੀ ਆਪਾਂ ਉਹਨਾਂ ਨੂੰ ਭੁੱਲੇ ਬੈਠੇ ਆ। ਤੇ ਜਦੋਂ ਤੱਕ ਉਹਨਾਂ ਤੱਕ ਨਹੀਂ ਆਪਾਂ ਵਾਹਿਗੁਰੂ ਜੀ ਸੋਚ ਜਿਹੜੀ ਆਪਣੀ ਹੋਊਗੀ ਤੇ ਆਪਾਂ ਨਾਮ ਸਿਮਰਨ ਬੰਦਗੀ ਨਹੀਂ ਕਰਾਂਗੇ ਜਦੋਂ ਤੱਕ, ਉਦੋਂ ਤੱਕ ਵਾਹਿਗੁਰੂ ਜੀ ਜਿਹੜਾ ਹੈ ਜਨਮ ਮਰਨ ਤਾਂ ਬਿਲਕੁਲ ਵੀ ਜਿਹੜਾ ਹੈ ਉਹ ਮਹਾਰਾਜ ਦੇ ਹੱਥ 'ਚ, सारियां दाता महाराज दे हत्थ च। सत बचन। ठीक है भाई, चंगा जीवन। वाहिगुरु जी, बस अब यहाँ से आप खुद लगा लो, जेड़ा ये सोचते हैं कि ब्रह्मा ने सृष्टि बनाई, ब्रह्मा, वाहिगुरु जी जेड़ा अपनी ही पुत्री के ऊपर उसकी नजर ही गलत हो जाए और उससे ब्याह भी कर ले, तो वाहिगुरु जी वो सृष्टि कैसे चला सकता है। नहीं नहीं वाहिगुरु जी, और ये इधर तो लिखा है गुरु ग्रंथ साहिब जी में। वाहिगुरु जी आप उनके भी ग्रंथ पढ़ लो, उसके ग्रंथ में भी यही लिखा हुआ है वाहिगुरु जी। बिल्कुल। चलो वाहिगुरु जी, हाँ जी, आप जी तो इजाजत ਲੈਨੇ ਆ। ਫਿਰ ਅਗਲੀ ਕਿਸੇ ਵੀਡੀਓ ਦੇ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਜਿਹੜੀ ਗੁਰਮੁਖਾਂ ਨੇ ਇਹ ਕਿਹਾ ਸੀਗਾ ਕਿ ਇਹਦੇ ਤੇ ਵੀਡੀਓ ਬਣਾ ਕੇ ਸਾਨੂੰ ਕਲੀਅਰ ਦੱਸੋ ਕਿ ਬਾਣੀ ਦੇ ਵਿੱਚ ਕੀ ਦੱਸਿਆ ਹੈ, ਤਾਂ ਵਾਹਿਗੁਰੂ ਜੀ ਦੇਖੋ ਬਾਣੀ ਵਾਹਿਗੁਰੂ ਜੀ ਸਾਰਿਆਂ ਲਈ ਹੈ ਤੇ ਸਾਰੇ ਉਹਦੇ ਚੋਂ ਆਪਾਂ ਕੋਈ ਵੀ ਪੰਕਤੀ ਵਿਚਾਰ ਸਕਦੇ ਹਾਂ। ਉਹਦੇ ਤੇ ਕੋਈ ਇਹ ਨਹੀਂ ਲਿਖਿਆ ਕਿ ਆਪਾਂ ਕੋਈ ਇਹ ਨਹੀਂ ਕਿ ਆ ਗੱਲ ਕਰਨੀ ਜਾਂ ਨਹੀਂ ਕਰਨੀ।
ਆਪਣੇ ਲਈ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਸਭ ਵਾਹਿਗੁਰੂ। ਤੋਂ ਉੱਤਮ ਹੈ। ਸਤ ਬਚਨ। ਠੀਕ ਹੈ, ਤੇ ਉਹੀ ਸਾਡਾ ਜੀਵਨ 'ਚ ਜਿਹੜਾ ਸੁਧਾਰ ਲਿਆ ਸਕਦੀ ਹੈ। ਹੋਰ ਵਾਹਿਗੁਰੂ ਜੀ ਕਿਸੇ ਤੋਂ ਸੁਣਨ ਲਈ ਜਾਂ ਕੋਈ ਕੁਝ ਕਹਿ ਦੇਵੇ ਉਹਦੇ ਤੇ ਵਾਹਿਗੁਰੂ ਜੀ ਇੱਕ ਉਹ ਆਪ ਜੀ ਪਲੀਜ਼ ਦੱਸੋ। ਵਾਹਿਗੁਰੂ ਜੀ ਇਹਨਾਂ ਤੱਕ ਕਿਸੇ ਨੇ ਕੋਈ ਗੱਲ ਕੀਤੀ ਸੀ, ਉਦੋਂ ਅਸੀਂ ਇਸ ਰਾਹ ਤੇ ਨਹੀਂ ਚੱਲੇ ਸੀ, ਤੇ ਇਹਨਾਂ ਨੇ ਹਾਂ, ਕਿਹਾ ਉਦੋਂ ਹੀ ਕਹਿਤਾ ਸੀ ਜਦੋਂ ਹਜੇ ਆਪਾਂ ਵਾਹਿਗੁਰੂ ਜੀ ਗੁਰੂ ਮੈਂ ਸਾਹਿਬ ਜੀ ਦੀ believe ਨਹੀਂ ਕਿਰਪਾ ਕਰ- ਹਜੇ ਹੋਈ ਨਹੀਂ ਹਾਂ। ਸੀ। ਕਹਿਣ ਦਾ ਭਾਵ ਸੀ ਅੰਮ੍ਰਿਤ ਨਹੀਂ ਛਕਿਆ ਸੀ ਉਦੋਂ, ਤਾਂ ਕਿਸੇ ਨੇ ਕੋਈ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਵਿਚਾਰ ਨਹੀਂ ਲੈਂਦੀ ਆਪ, ਉਦੋਂ ਤੱਕ ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿਸੇ ਦੇ ਮੂੰਹੋਂ ਸੁਣ ਕੇ। ਫਿਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਵਿਚਾਰਿਆ, ਜਿਹੜੀ ਉਹ ਗੱਲ ਇਹਨਾਂ ਨੂੰ ਮੇਨ ਕਿਸੇ ਨੇ ਕਹੀ ਸੀ। ਜਦੋਂ ਇਹਨਾਂ ਨੇ ਉਹਨੂੰ ਵਿਚਾਰਿਆ ਤਾਂ ਸੱਚ ਇਹਨਾਂ ਤੱਕ ਪਹੁੰਚ ਗਿਆ, ਤੇ ਉਹਦੇ ਤੇ ਯਕੀਨ ਅੱਖਾਂ ਬੰਦ ਕਰਕੇ ਹੋ ਜਾਂਦਾ है, क्योंकि गुरु साहिब जी ने किया। मैं जब वाहिगुरु जी हरियाणा में रहती थी, मैं पुरानी बात करती हूँ, तो मैं वहाँ पर भी बिना अगर मेरे को कोई कुछ बोल देता था ना, तो वाहिगुरु जी मैं उधर भी ग्रंथ खोल के पढ़ती थी कि हाँ ये चीज़ लिखी हुई है। मैं कहती थी हाँ, अगर उन्होंने बोली है तो लिखी हुई है, तो हाँ लिखी हुई है। क्योंकि कुछ चीज़ें ऐसी होती थी वहाँ पर, जैसे मुझे पहले ही पता था कि ब्रह्मा वाली गल जो आप जी ने आज दसी है, तो एक 10 चीज़ तो वाहिगुरु जी हमारे वहाँ बचपन से ही हमें पता है। ठीक है, तो उस टाइम पे मैंने बिलीव नहीं करी थी कि ऐसे कैसे हो सकता है। एक तरफ आप कह रहे हो कि वो सृष्टि के रचयिता हैं, दूसरी तरफ कह रहे हो वो ऐसे हैं। तो जब मैंने पढ़ा तो मैं खुद शॉक्ड हूँ। मैं कहा ठीक है चलो, लिखा है तो ठीक, सच ही लिखा होएगा। फिर वाहिगुरु जी ये एक ये ना वाहिगुरु जी आप ना किसी इंसान पे बिलीव करने की बजाय ना गुरु पे बिलीव करो। अगर कोई कुछ बोल रहा है ना, अगर आपको उधर कंफ्यूजन हो रही कि और मैं बिलीव करूं या ना करूं, आप ना खुद ग्रंथ पढ़ो, खुद पढ़ो, उसे विचारो, अरदास करके कि सच्चे पातशाह तेरे इस घर की बाणी है, तो तू ही मैनू दस अपने आप की क्या रियलिटी है। तो वाहिगुरु जी हेल्प करते हैं, पूरे गुरु सतगुरु साहिब जी तो- पूरे हेल्प करते हैं वाहिगुरु जी। तो आप अरदास करके बाणी विचारो, तो आप जी नू पूरी रियलिटी पता लगेगी। नाल नाल वाहिगुरु जी अंतर ध्यान हो तो और आप जी नू रियलिटी पता लगेगी। ਬਿਲਕੁਲ। ਬਾਣੀ ਪੜਨ ਦਾ ਵਾਹਿਗੁਰੂ ਜੀ ਕਈ ਕਹਿੰਦੇ ਨੇ ਕਿ ਵਾਹਿਗੁਰੂ। ਸਾਨੂੰ ਨਾ ਉਸ ਟਾਈਮ ਤੇ ਬੜਾ ਆਲਸ ਆਉਂਦਾ ਹੈ, ਸਾਨੂੰ ਕਾਲ ਦੇ ਦੂਤ ਬੜਾ ਰੋਕਦੇ ਨੇ, ਬਾਣੀ ਨਹੀਂ ਵਿਚਾਰਨ ਦਿੰਦੇ ਜਾਂ ਸਾਡੇ ਤੋਂ ਵਿਚਾਰੀ ਨਹੀਂ ਜਾਂਦੀ। ਉਹਦਾ ਰੀਜ਼ਨ ਕੀ ਹੈ ਵਾਹਿਗੁਰੂ ਜੀ ਕਿ ਸਾਡੇ ਨਾਮ ਖਜ਼ਾਨੇ ਜਿਹੜੇ ਨੇ ਉਹ ਖਾਲੀ ਖਾਲੀ ਨੇ। ਨੇ। ਜਦੋਂ ਤੁਸੀਂ ਬੰਦਗੀ ਨਾਲ ਨਾਲ ਕਰੋਗੇ ਨਾ, ਉਸ ਅਕਾਲ ਪੁਰਖ ਦੀ ਬੰਦਗੀ ਜਦੋਂ ਕਰਨ ਲੱਗੇ ਤੁਸੀਂ, ਤਾਂ ਆਪੇ ਵਾਹਿਗੁਰੂ ਜੀ ਮਹਾਰਾਜ ਆਪ ਸਹਾਇ ਹੋ ਕੇ ਸਮਝਾਉਂਦੇ ਨੇ ਸਤ ਕਿ ਇੱਥੇ ਬਚਨ। ਮਹਾਰਾਜ ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਸਤ ਠੀਕ ਹੈ ਬਚਨ। ਵਾਹਿਗੁਰੂ ਜੀ, ਇਹੀ ਆਪ ਜੀ ਨੂੰ ਬਾਰ-ਬਾਰ ਆਪਾਂ ਕਹਿੰਦੇ ਆ, ਕਿਉਂਕਿ ਇਹ ਸਾਡਾ ਐਕਸਪੀਰੀਅੰਸ ਹੋ ਚੁੱਕਿਆ। ਆਪਾਂ ਕੋਈ ਉਹ ਗੱਲ ਨਹੀਂ ਕਰ ਰਹੇ ਜਿਹੜੀ ਸੁਣੀ ਸੁਣਾਈ, ਆਪਾਂ ਉਹ ਗੱਲ ਕਰ ਰਹੇ ਹਾਂ ਜਿਹੜਾ ਸਾਡਾ ਆਪਣਾ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਹੋ ਸਤ ਚੁੱਕਿਆ। ਬਚਨ। ਤਾਂ ਇਹਦੇ ਤੇ ਆਪ ਜੀ ਇਹ ਬੇਨਤੀ ਨੂੰ ਪ੍ਰਵਾਨ ਵਾਹਿਗੁਰੂ। ਕਰਿਓ। ਫਿਰ ਕਿਸੇ ਅਗਲੇ ਵੀਡੀਓ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।